Hello students, my name is Nikhil Arora and welcome back to my YouTube channel. ये वीडियो मैं पंजाबी बनावांगा और ये वजह यह है कि बहुत सारे पंजाबी स्टूडेंट्स ने मैंने मैसेज किया इंस्टाग्राम के उपर या कॉमेंट सैक्शन के उपर कि तुसी पंजाबी भी वीडियो बनाया करो, सानू तुहाडी इंग्लिश ते हिंदी वाली वधिया लगदी है। पर कुछ लोग इदां दे हैगे ने जिन्हां नूं इंग्लिश घट आंदी है, उन्हां वास्ते मैं पंजाबी दे विच वीडियो बनाना शुरू करन लगा। तो गाइज मैं पहले ही दसदा पीटी का एग्जाम जिहड़ा हैगा इहदे अंदर 4 मॉड्यूल हुंदे आ, स्पीकिंग, राइटिंग, रीडिंग, लिसनिंग ते एक कंप्यूटर बेस्ड टेस्ट है। ਇਹਦੇ ਵਿੱਚ ਇਹ ਜ਼ਰੂਰੀ ਨਹੀਂ ਹੈਗਾ ਕਿ ਜੇ ਤੁਹਾਨੂੰ ਹਾਈ ਫਾਈ ਇੰਗਲਿਸ਼ ਆਂਦੀ ਹੈ ਤਰੀ ਤੁਹਾਡੇ ਵਧੀਆ ਨੰਬਰ ਆਣਗੇ। ਜ਼ਰੂਰੀ ਇਹ ਹੈ ਜੇ ਤੁਹਾਡੇ ਕਨਸੈਪਟ ਕਲੀਅਰ ਹੈ, ਪ੍ਰੋਪਰ ਟੈਕਨੀਕਸ ਪਤਾ ਹਰ ਇੱਕ ਸੈਕਸ਼ਨਾਂ ਦੀਆਂ, ਤਾਂ ਤੁਹਾਡੇ ਵਧੀਆ ਨੰਬਰ ਆ ਸਕਦੇ ਨੇ। ਫੋਰ ਐਗਜ਼ਾਮਪਲ ਮੇਰੇ ਇੱਕ ਸਟੂਡੈਂਟ ਨੇ ਅੰਮ੍ਰਿਤਸਰ ਤੋਂ ਕੋਚਿੰਗ ਲਿੱਤੀ ਸੀਗੀ, ਉਹਦੀ 6 ਦੀ ਰਿਕੁਆਇਰਮੈਂਟ ਸੀਗੀ ਤੇ ਉਹਦੇ 8 ਈਚ ਆ ਗਏ ਸੀ ਪਹਿਲੀ ਵਾਰੀ ਦੇ ਵਿੱਚ। ਜੇ ਤੁਸੀਂ ਇਹ ਸੋਚਦੇ ਹੋ ਕਿ ਹਾਈ ਫਾਈ ਇੰਗਲਿਸ਼ ਹੋਣੀ ਚਾਹੀਦੀ ਹੈ, ਪਰ ਇਹ ਤਾਂ ਗੱਲ ਗਲਤ ਹੋ ਗਈ, क्योंकि ये अंदर 6 ईच की रिक्वायरमेंट से 8 ईच आ गए वो बंदे दे, वो स्टूडेंट दे 6 ईच की रिक्वायरमेंट। सो ज़्यादा टाइम वेस्ट ना करदे होया अज आपां पहला सैक्शन करांगे स्पीकिंग का। स्पीकिंग दे विच एक पार्ट आंदा है जी रीड अलाउड। रीड अलाउड दे विच तुहाडे कोल 35 सैकेंड्स होंदे अपने आप नूं प्रिपेयर करन लगे। 35 सैकेंड दे विच तुहानूं 40 सैकेंड मिल जाणगे, उस तो बाद चों अपनी रिकॉर्डिंग स्टार्ट करन लगे। एक गल दा खास ध्यान रखना है कि जरूरी ये नहीं है कि तुसी 40 ਦੇ 40 ਸੈਕਿੰਡ बोलना है। जरूरी ये है पूरे स्पीकिंग सैक्शन के अंदर जदों भी तुसी अपना टास्क कंप्लीट कर लेने हो नाल ही नैक्सट बटन क्लिक कर देना मैं। और वजह की है, मान लो तुहाडे कोल 40 सैकेंड है तो तुसी अपना टास्क कंप्लीट कर लिया 25 सैकेंड दे विच, जिहड़े 15 सैकेंड है ना वो तुसी ਇਹ देखो कि बाकी ਜਿਹੜੇ ਬੱਚੇ ਬੋਲਦੇ ਹੋਣਗੇ ਉਹਨਾਂ ਦੀ ਨੋਇਸ ਵਿੱਚ ਐਡ ਹੋ ਸਕਦੀ ਹੈ। ਹਾਲਾਂਕਿ ਜੇ ਤੁਸੀਂ 3 ਸੈਕਿੰਡ ਦਾ ਪੌਜ਼ ਲੈ ਲਿਆ ਪੂਰੇ ਸਪੀਕਿੰਗ ਦੇ ਦੌਰਾਨ ਤੁਹਾਡਾ ਮਾਈਕ ਬੰਦ ਹੋ ਜਾਵੇਗਾ ਤੇ ਜਦੋਂ ਮਾਈਕ ਬੰਦ ਹੋ ਗਿਆ ਆਟੋਮੈਟਿਕਲੀ ਬਾਰਗ੍ਰਾਫ ਅੱਗੇ ਚਲੀ ਜਾਏਗੀ। ਪਰ ਆਪਾਂ ਰਿਸਕ ਕਿਉਂ ਲੈਣਾ ਇਹ ਚੱਕਰਾਂ ਦੇ ਵਿੱਚ। ਇਨ ਸ਼ਾਰਟ ਇਹ ਯਾਦ ਰੱਖੋ ਕਿ ਪੂਰੇ ਸਪੀਕਿੰਗ ਹਰ ਇੱਕ ਸੈਕਸ਼ਨ ਦੇ ਵਿੱਚ ਮੈਂ ਗੱਲ ਕਰ ਰਿਹਾ ਮੈਂ, ਜਦੋਂ ਵੀ ਤੁਸੀਂ ਟਾਸਕ ਕੰਪਲੀਟ ਕਰਦੇ ਹੋ ਨਾਲ ਹੀ ਨੈਕਸਟ ਬਟਨ ਕਲਿੱਕ ਕਰ ਦੇਣਾ ਮੈਂ। ਹੁਣ ਆਪਾਂ ਚੱਲਦੇ ਹਾਂ ਇੱਕ ਕੁਐਸਚਨ ਕਰਦੇ ਹਾਂ ਰੀਡ ਅਲਾउड ਦਾ। ਇਹਦੇ ਵਿੱਚ ਮੈਂ ਦੱਸਾਂਗਾ ਕਿ ਬੱਚੇ ਕਿਹੜੀਆਂ ਗਲਤੀਆਂ ਕਰਦੇ ਆ। ਰੀਡ ਅਲਾउड ਦੇ ਵਿੱਚ ਤੁਹਾਡੇ ਸਪੀਕਿੰਗ ਦੇ ਐਂਡ ਰੀਡਿੰਗ ਦੇ ਮਾਰਕਸ ਹੁੰਦੇ ਆ। ਕਈ ਸਟੂਡੈਂਟਸ ਨੂੰ ਇਹ ਨਹੀਂ ਪਤਾ ਕਿ ਕਿਹੜੀ ਪੇਸ ਨਾਲ ਬੋਲਣਾ ਹੈ, ਕਿਹੜੀ ਸਪੀਡ ਨਾਲ ਬੋਲਣਾ ਹੈ, ਕਿੱਥੇ ਸਟਾਪ ਲੈਣਾ ਹੈ, ਕਿੱਥੇ ਨਹੀਂ ਲੈਣਾ ਹੈ, ਕਿੱਥੇ ਫੋਕਸ ਕਰਨਾ ਹੈ, ਕਿਹੜੇ ਵਰਡ ਤੇ ਸਟ੍ਰੈਸ ਕਰਨਾ, ਬਲਾ ਬਲਾ ਬਹੁਤ ਸਾਰੇ ਤੁਹਾਡੇ ਮਨ ਦੇ ਅੰਦਰ ਕੁਐਸਚਨ ਹੈ। ਆਈ ਐਮ ਸ਼ੋਰ ਇਸ ਵੀਡੀਓ ਦੇ ਅੰਦਰ ਜਿੰਨੇ ਵੀ ਵਿਊਅਰਸ ਮੈਨੂੰ ਦੇਖ ਰਹੇ ਪਏ ਨੇ ਸਾਰੇ ਕਨਸੈਪਟ ਕਲੀਅਰ ਹੋਣ ਲੱਗੇ ਨੇ। तो चलिए शुरू करते हैं आप। सो जिन्ने भी स्टूडेंट इस वीडियो ਨੂੰ देख रहे ने वो वीडियो एंड तक देखना, क्योंकि ਇਹਦੇ ਅੰਦਰ ਤੁਹਾਡੇ ਸਾਰੇ ਕਨਸੈਪਟ ਦੂਰ ਹੋਣਗੇ। ਬਹੁਤ ਸਾਰੇ ਸਟੂਡੈਂਟ ਜਿਹੜੇ ਹੈਗੇ ਆ ਉਹ ਪੀਟੀ ਦੇ ਅੰਦਰ ਸਟਰਗਲ ਕਰਦੇ ਪਏ ਨੇ, ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਦੇ ਸਕੋਰ ਕਿਉਂ ਘੱਟ ਆਉਂਦੇ ਪਏ ਨੇ, ਜਾਂ ਤੁਸੀਂ ਪਹਿਲੀ ਵਾਰ ਪੇਪਰ ਦੇਣ ਜਾ ਰਹੇ ਹੋ ਤੇ ਇਸ ਵੀਡੀਓ ਦੇ ਅੰਦਰ ਤੁਹਾਡੇ ਸਾਰੇ ਕਨਸੈਪਟ ਹੋਪਫੁਲੀ ਕਲੀਅਰ ਹੋ ਜਾਣਗੇ। ਸੋ ਬੱਚਿਆਂ ਨੂੰ ਦਿੱਕਤ ਕੀ ਆਉਂਦੀ ਹੈ, ਬੱਚੇ ਕਈ ਵਾਰੀ ਤੇਜ਼ ਬੋਲਣ ਲੱਗ ਜਾਂਦੇ ਆ। ਉਹਨਾਂ ਦੇ ਮਨ 'ਚ ਇਹ ਹੈ ਕਿ ਅਗਰ ਆਪਾਂ ਤੇਜ਼ ਬੋਲਾਂਗੇ ਤਾਂ ਹੀ ਤਾਂ ਸਾਡੇ ਨੰਬਰ ਵਧੀਆ ਆਣੇ। ਇੱਦਾਂ ਕੁਝ ਨਹੀਂ ਹੈਗਾ। ਕੁਝ ਟੈਕਨੀਕਸ ਆਪਾਂ ਯੂਜ਼ ਕਰਾਂਗੇ ਰੀਡ ਅਲਾउड ਦੇ ਅੰਦਰ ਖਾਸ ਤੌਰ ਦੇ ਉੱਪਰ। ਤੁਹਾਨੂੰ ਇੱਥੋਂ ਹੀ ਪਤਾ ਲੱਗੇਗਾ ਕਿ ਤੁਸੀਂ ਬਾਕੀ ਸੈਕਸ਼ਨਾਂ ਦੇ ਵਿੱਚ ਕਿੱਦਾਂ ਪਰਫਾਰਮ ਕਰਨਾ ਹੈ। ਸੋ ਅੱਜ ਆਪਾਂ ਗੱਲ ਕਰਦੇ ਹਾਂ ਰੀਡ ਅਲਾउड ਸੈਕਸ਼ਨ ਦੀ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਹਾਡੇ ਕੋਲ 35 ਸੈਕਿੰਡ ਹੁੰਦੇ ਨੇ। 35 ਸੈਕਿੰਡ ਦੇ ਵਿੱਚ ਪ੍ਰੈਪਰੇਸ਼ਨ ਕਰ ਲੈਣੀ ਹੈ, ਫਿਰ ਉਸ ਤੋਂ ਬਾਅਦ 'ਚੋਂ ਤੁਹਾਡੇ 40 ਸੈਕਿੰਡ ਵਾਸਤੇ ਰਿਕਾਰਡਿੰਗ ਸਟਾਰਟ ਹੋ ਜਾਣੀ ਹੈ। ਤੇ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ 40 ਦੇ 40 ਸੈਕਿੰਡਸ ਉੱਥੇ ਵੇਟ ਕਰਨੀ ਹੈ। ਜੇ ਤੁਸੀਂ ਪੈਸੇਜ ਨੂੰ ਪਹਿਲਾਂ ਕੰਪਲੀਟ ਕਰ ਲੈਂਦੇ ਹੋ ਤਾਂ ਤੁਸੀਂ ਨਾਲ ਹੀ ਨੈਕਸਟ ਬਟਨ ਦੇ ਉੱਪਰ ਕਲਿੱਕ ਕਰ ਦੇਣਾ ਹੈਗਾ। ਓਕੇ, ਸੋ ਆਪਾਂ ਹੁਣ ਅੱਗੇ ਗੱਲ ਕਰਦੇ ਹਾਂ ਮਿਸਟੇਕ ਨੰਬਰ 1 ਦੀ। ਇਹਦੇ ਅੰਦਰ ਮੈਂ ਤੁਹਾਨੂੰ 7 ਮਿਸਟੇਕਸ ਇਦਾਂ ਦੀਆਂ ਦੱਸਾਂਗਾ ਜਿਹੜੇ ਬੱਚੇ ਅਕਸਰ ਪੇਪਰ ਦੇ ਵਿੱਚ ਕਰਦੇ ਨੇ ਜਾਂ ਪ੍ਰੈਕਟਿਸ ਦੇ ਦੌਰਾਨ ਕਰਦੇ ਨੇ। ਜਿੰਨੀ ਦੇਰ ਤੱਕ ਤੁਸੀਂ ਵਧੀਆ ਪਰਫਾਰਮ ਨਹੀਂ ਕਰੋਗੇ ਉਨੀ ਦੇਰ ਤੱਕ ਨੰਬਰ ਵੀ ਵਧੀਆ ਨਹੀਂ ਆਣੇ। ਸੋ ਘਰ ਬੈਠੇ ਸਿੱਖੋ। ਇਹ ਪਹਿਲਾ ਇਨੀਸ਼ੀਏਟਿਵ ਹੈ ਮੇਰੇ ਵੱਲੋਂ ਕਿ ਤਾਂ ਕਿ ਮੈਂ ਪੰਜਾਬੀ ਦੇ ਵਿੱਚ ਤੁਹਾਨੂੰ ਸਮਝਾ ਪਾਵਾਂ ਕਿ ਜਿੱਦਾਂ ਕਿ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਦਾ ਇਹਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਹਾਈ ਫਾਈ ਇੰਗਲਿਸ਼ ਆਣੀ ਜ਼ਰੂਰੀ ਹੈ। ਇਹਦੇ ਵਿੱਚ ਇਹ ਜ਼ਰੂਰੀ ਹੈ ਕਿ ਤੁਹਾਡੇ ਕਨਸੈਪਟ ਕਲੀਅਰ ਹੋਣ ਤੇ ਤੁਹਾਨੂੰ ਟੈਕਨੀਕਸ ਬਾਰੇ ਪਤਾ ਹੋਵੇ। ਸੋ ਟਾਈਮ ਨਾ ਵੇਸਟ ਕਰਦੇ ਹੋਇਆ ਅਸੀਂ ਚੱਲਦੇ ਹਾਂ ਪਹਿਲੀ ਮਿਸਟੇਕ ਤੇ। ਪਹਿਲੀ ਮਿਸਟੇਕ ਕੀ ਹੈ ਜੀ, ਫਾਸਟ ਸਪੀਡ। ਹੁਣ ਕਈ ਸਟੂਡੈਂਟ ਇਹ ਸੋਚਦੇ ਨੇ ਕਿ ਜੇ ਅਸੀਂ ਫਾਸਟ ਸਪੀਡ ਦੇ ਵਿੱਚ ਬੋਲਾਂਗੇ ਆਪਣਾ ਲੈਕਚਰ ਤਦ ਹੀ ਆਪਾਂ ਵਧੀਆ ਸਕੋਰ ਹਾਸਿਲ ਕਰ ਪਾਵਾਂਗੇ। ਇੱਦਾਂ ਦਾ ਕੁਝ ਨਹੀਂ ਹੈਗਾ। ਸੋ ਗਾਇਸ ਜੇ ਤੁਸੀਂ ਜ਼ਿਆਦਾ ਤੇਜ਼ ਬੋਲਦੇ ਹੋ ਤੇ ਉਹਦੇ ਵਿੱਚ ਗਲਤੀ ਹੋਣ ਦੇ ਚਾਂਸਸ ਵੀ ਹੋ ਸਕਦੇ ਨੇ। ਜਿੱਦਾਂ SES ਦੀ ਗਲਤੀ ਹੋ ਗਈ, ED ਨਹੀਂ ਪਾਇਆ,
सामने दिता होया पर तुसी ईडी नहीं बोले, उदे सामने दिता होया सी डिवेलप्ड फॉर एग्जांपल, तुसी बोला डिवेलप, तो ईडी की गलती होगी। क्यों? क्योंकि बहुत तेज विच हैगे हो तुसी। एक पढ़ के दिखाना तुहानूं जिहड़े लोकी मिसटेक करते हैं। जे मैं इदा बोला द रीप्रोसेसिंग ऑफ स्पेंट न्यूक्लियर फ्यूल्स इज वन ऑफ द की प्रोसेसेस इन द न्यूक्लियर फ्यूल साइकिल एज द कन्वेंशनल मेथड सफर फ्रॉम मैनी ड्रॉबैक इन प्रोसेसिंग रीप्रोसेसिंग। हुण देखो अगर मैं तेज बोलांगा तो ये देखो मैं गलतियां की कीतियां। सब तो पहला तो जिहड़ा इत्थे रीप्रोसेसिंग है ये थां ते मैं रीप्रोसेस बोलिया या ड्रॉबैक की जगह ड्रॉबैक्स की जगह ड्रॉबैक बोलिया। ये छोटी छोटी मिसटेक्स क्यों हो रही हैं? क्योंकि मैं जल्दी विच है। सो ज़्यादा तेज बोलने दे नाल नंबर नहीं आते। मैं तुहानूं अगे दसांगा कि तुसीं किहड़ी स्पीड दे विच बोलना है। हुण आपां चलदे हां जी दूजी मिसटेक, सब तो वड्डी मिसटेक जिहड़े अक्सर लोग करते ही करते हैं, टू मच स्ट्रैस ऑन एवरी वर्ड। कल्ले कल्ले वर्ड के उपर बेफालतू असीं स्ट्रैस देन लग जाते हैं। किद्दां? हुण ध्यान नाल सुनो। The reprocessing of spent nuclear fuels is one of the key processes in the nuclear fuel cycle as the conventional method suffers from many drawbacks in reprocessing of nuclear fuel from the गलत, टोटली गलत। कल्ले कल्ले वर्ड के उपर स्ट्रैस नहीं देना है। स्ट्रैस वधिया वर्ड के उपर देना है, जिथे देना चाहिए वो मैं तुहानूं अगे दसांगा। हाँ मैं तुहानूं सिर्फ मिसटेक्स दस रहा कि किहड़ी गलतियां तुसीं करदे। आई एम श्योर कि जे तुहाडे नंबर नहीं आते पे या तुसीं घर अपनी तैयारी खुद करते पे हो तो ये गलतियां नहीं होनियां चाहिए, ईवन के किसी भी सैक्शन च नहीं होनियां चाहिए स्पीकिंग दे। तीजी मिसटेक स्टॉपिंग अननैसेसरी, मतलब बेफालतू पॉज लेना, बेफालतू जिथे लोड़ नहीं हैगी उत्थे भी रुक जाना। उस चीज़ को आपां कहते हैं स्टॉपिंग अननैसेसरी। जिद्दां कि The reprocessing of spent nuclear fuels is one of the key processes in the nuclear fuel cycle as the conventional method suffers from many drawbacks in reprocessing of nuclear fuel from the viewpoint cost and minimization of waste, the development of a new process involving cost effectiveness। देखो हुण मैं इत्थे रुकिया, एक प्रोसैस दे विच रुकिया, एक इत्थे मैं पॉज लेता, एक जगह होर मैं पॉज लेता सीगा, राइट। सो ये चीज़ां जे तुसीं करोगे, एक मैं सफर्स दे उपर लेता सीगा आई थिंक, राइट। सो जे अननैसेसरी पोज लाओगे तो तां भी तुहाडे नंबर घटने हैं। आप अगे दसांगे कि इनू किद्दां इंप्रूव करना है। हुण चौथी मिसटेक वाल आईए, एडिंग बोगस वॉइसिस। सब तो ज़्यादा ये प्रॉब्लम सॉरी टू से कुड़ियां करदियां ने, फीमेल जिहड़े स्टूडेंट है वो करते हैं। किद्दां? बोगस वॉइसिस का की मतलब होया? बोगस का मतलब होंदा है बेफालतू ऐड करनियां आवाज़ां, आ ई ये वो। सुनो जी बड़ा अजीब लगता पर यह सच है। जिन्नी देर तक तुहाडे कंसैप्ट नहीं क्लीयर होणगे उन्नी देर तक तुहाडे नंबर नहीं आएंगे। हुण जिद्दां आपां चैक करते हैं, द रीप्रोसेसिंग ऑफ स्पेंट न्यूक्लियर फ्यूल्स इज वन ऑफ द की प्रोसेसेस इन द न्यूक्लियर फ्यूल साइकिल एज द कन्वेंशनल मैथड सफर्स फ्रॉम मैनी ड्रॉबैक्स इन रीप्रोसेसिंग ऑफ। इदां ये क्यों करते हैं आपां? क्योंकि साडे च कॉन्फिडेंस लो है। जिन्नी देर तक साडा कॉन्फिडेंस नहीं बनेगा उन्नी देर तक असीं इनू सही तरीके नाल बोल नहीं पावांगे। तो ये सारी जिहड़ी गेम हैगी है ना रीड अलाउड दी या स्पीकिंग दी या जिहड़ा मर्जी पार्ट ले लो, सिर्फ प्रैक्टिस के उपर है। जिन्नी ज़्यादा प्रैक्टिस करोगे वो भी सही तरीके दे नाल। हार्डवर्क सारे करते हैं, 3-3 4-4 घंटे सारे लाते हैं, पर नंबर कईयां दे आते हैं। हार्डवर्क भी वो दिशा दे विच लाओ जिथे सानूं लोड़ है। ठीक है जी। हुण आपां पंजवीं मिसटेक स्पैलिंग मिसटेक्स, जिद्दां फ्यूल्स की जगह के उपर फ्यूल बोलता, डिवेलप्ड की जगह के उपर डिवेलप बोलता, मिनिमाइजेशन की जगह के उपर मिनिमाइजिंग बोलता, कुछ भी बोलता। स्पैलिंग मिसटेक जो तुसी तेज बोलोगे, ओके तुहाडे माइंड च होना कि मैं जे तेज बोलांगा या बोलांगी तां वधिया नंबर आने, तुसी गलती करोगे ही करोगे। ये सब तो वड्डी है स्पैलिंग मिसटेक। 35 सैकेंड तुहानूं मिलते हैं, चंगी तरह तुसी उहनूं जज कर लो कि किहड़ी चीज़ां गलत होने वालियां मैं, राइट। आपां उदां गलती कोई नहीं करनी हैगी। हुण जिद्दां कि फॉर एग्जाम्पल आप देखते हैं, द रीप्रोसेसिंग ऑफ स्पेंट न्यूक्लियर फ्यूल इज वन ऑफ द की प्रोसेस इन द न्यूक्लियर फ्यूल साइकिल एज द कन्वेंशनल मैथड सफर फ्रॉम मैनी ड्रॉबैक। हुण देखो मैं किसी के पीछे एस नहीं ला रहा, मैं जानबूझ के नहीं ला रहा, मैं उदा मैं सही पढ़ सकदा, लेकिन बच्चे गलतियां करते पे ने। सो तुसी ये गल का खास ध्यान रखना कि तुसी ये गलती नहीं करनी हैगी ना। हुण आपां चलदे हैं 6वीं मिसटेक के उपर, स्किपिंग वर्ड्स। सब तो मेजर प्रॉब्लम जे सानू कोई वर्ड मुश्किल लगता आपां उहनूं छड्ड दईए। देखो गाइज मैं एक गल तुहानूं दस दिंदा, इहदे जिहड़े स्कोर हैगे आ वो तुहाडे रीडिंग दे विच भी हैगे आ। तुसी छोटी मोटी मिसटेक करदे हो, डैट इज ओके,
ਉਹਦੇ ਆਪਾਂ ਨੰਬਰ ਜਿਹੜੇ 90 ਆਊਟ ਆਫ 90 ਲੈਂਦੇ ਨੇ ਉਹ ਵੀ ਥੋੜੀ ਬਹੁਤ ਮਿਸਟੇਕ ਕਰਦੇ ਆ, ਉਹ ਵੀ ਪਰਫੈਕਟ ਨਹੀਂ ਹੈਗੇ। ਬਟ ਆਪਣੇ ਵੱਲੋਂ ਤੁਸੀਂ ਇਹ ਸੋਚੋ ਕਿ ਮੈਂ ਕੱਲੀ ਚੀਜ਼ ਦੀ ਪ੍ਰੈਕਟਿਸ ਕਰਨੀ ਹੈ, ਜਿੰਨਾ ਜ਼ਿਆਦਾ ਵਧੀਆ ਬੋਲਾਂਗਾ ਉਨੇ ਜ਼ਿਆਦਾ ਮੇਰੇ ਵਧੀਆ ਨੰਬਰ ਆਣਗੇ, ਕਿਉਂਕਿ ਇਹਦੇ ਨੰਬਰ ਸਾਡੇ ਰੀਡਿੰਗ 'ਚ ਆ। ਤੁਹਾਨੂੰ 35 ਸੈਕਿੰਡ ਮਿਲਦੇ ਆ ਨਾ, 35 ਸੈਕਿੰਡ ਦੇ ਵਿੱਚ ਤੁਸੀਂ ਜਿੱਦਾਂ ਕਿ ਕਹਿ ਲਓ ਕਿ ਕੋਈ ਵਰਡ ਮੁਸ਼ਕਿਲ ਆਉਂਦਾ ਹੈਗਾ ਵਾ, ਤੁਸੀਂ ਉਹਨੂੰ ਪਹਿਲਾਂ ਹੀ ਬੋਲ ਕੇ ਦੇਖ ਲਓ। ਜਿੱਦਾਂ ਇੱਕ ਵਰਡ ਦੇਖ ਲੈਂਦੇ ਆਪਾਂ ਹੁਣੇ, ਜਿੱਦਾਂ ਹੁਣ ਆ ਲਾ ਲਓ ਜੀ ਰੀਪ੍ਰੋਸੈਸਿੰਗ ਫॉर एग्जांपल। ਵੈਸੇ ਤਾਂ ਛੋਟਾ ਵਰਡ ਹੈ, ਈਜ਼ੀ ਵਰਡ ਹੈ, ਪਰ ਆਪਾਂ ਤੋੜ ਲੈਂਦੇ ਇਹਨੂੰ ਰੀਪ੍ਰੋਸੈਸਿੰਗ ਕਰ ਕਰਕੇ ਉਹਨੂੰ ਪਹਿਲਾਂ ਤੋੜ ਲਵੋ, ਠੀਕ ਹੈ। ਸੋ ਇਹ 6th ਮਿਸਟੇਕ ਹੈ, ਲਾਸਟ ਬਟ ਨॉट द ਲੀਸਟ, ਲੋ ਸਪੀਡ। ਅਗਰ ਤੁਸੀਂ ਲੋ ਸਪੀਡ ਬੋਲਦੇ ਹੋ, ਠੀਕ ਹੈ ਜੀ, ਤਾਂ ਵੀ ਤੁਹਾਡੇ ਨੰਬਰ ਕੱਟਣਗੇ। ਕਿੱਦਾਂ? The reprocessing of spent nuclear fuels is one of the key processes in the nuclear fuel cycle। ਜਿਹੜੇ ਸ਼ੁਰੂ ਦੇ ਵਿੱਚ ਬੱਚੇ ਹੁੰਦੇ ਨਾ, ਜਿਹੜੇ ਫਸਟ ਟਾਈਮ ਐਗਜ਼ਾਮ ਦੇਣ ਜਾ ਰਹੇ ਹੁੰਦੇ ਨੇ, ਉਹਨਾਂ ਨੂੰ ਇਹ ਦਿੱਕਤ ਆਉਂਦੀ ਹੈ, ਠੀਕ ਹੈ, ਕਿਉਂਕਿ ਉਹਨਾਂ ਦੀ ਸਪੀਡ ਨਹੀਂ ਬਣੀ ਹੁੰਦੀ। ਹੁਣ ਕਈ ਲੋਕੀ ਮੇਰੇ ਕੋਲ ਪੁੱਛਦੇ ਨੇ ਕਿ ਸਰ ਆਪਾਂ ਸਪੀਡ ਕਿੱਦਾਂ ਵਧਾਈਏ, ਕਿੱਦਾਂ ਵਧੀਆ ਇੰਪਰੂਵ ਕਰੀਏ ਇੰਗਲਿਸ਼, ਕਿੱਦਾਂ ਆਪਾਂ ਸਪੀਕਿੰਗ ਇੰਪਰੂਵ ਕਰੀਏ। ਗਾਈਸ, ਪ੍ਰੈਕਟਿਸ ਐਂਡ ਟੈਕਨੀਕਸ। ਕੁਝ ਟੈਕਨੀਕਸ ਮੈਂ ਤੁਹਾਨੂੰ ਦੇ ਰਿਹਾ, ਮੈਂ ਉਹਨਾਂ ਨੂੰ ਫੋਲੋ ਕਰੋ। ਇਹ ਜਸਟ ਵੀਡੀਓ ਮੈਂ ਤਾਂ ਬਣਾ ਰਿਹਾ ਤਾਂ ਕਿ ਜਿਹੜੇ ਲੋਕ ਇੰਗਲਿਸ਼ ਘੱਟ ਜਾਣਦੇ ਨੇ ਜਾਂ ਪੰਜਾਬੀ ਦੇ ਵਿੱਚ ਲੈਕਚਰ ਨੂੰ ਸੁਣਨ ਦੇ ਚਾਹਵਾਨ ਨੇ, ਉਹਨਾਂ ਵਾਸਤੇ ਸਪੈਸ਼ਲ ਵੀਡੀਓ ਬਣਾ ਰਿਹਾ। ਨਹੀਂ ਤਾਂ ਕਨਸੈਪਟ ਸੇਮ ਹੈ। ਅਗਰ ਤੁਸੀਂ ਹਿੰਦੀ ਦੇ ਵਿੱਚ ਸੁਣਨਾ ਚਾਹੁੰਦੇ ਹੋ, ਹਿੰਦੀ ਦੇ ਵਿੱਚ ਵੀ ਤੁਹਾਨੂੰ ਵੀਡੀਓ ਮਿਲ ਜਾਏਗੀ ਮੇਰੀ, ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗਾ ਤੁਹਾਨੂੰ ਮੈਂ, ਠੀਕ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ ਜੀ, ਰੂਲ ਨੰਬਰ 1। ਹੁਣ ਰੂਲ ਨੰਬਰ 1 ਕੀ ਕਹਿੰਦਾ ਹੈ? ਡੂ ਨਾਟ ਸਪੀਕ ਫਾਸਟ। ਜੇ ਤੁਸੀਂ ਵਧੀਆ ਨੰਬਰ ਲੈਣੇ ਹੈ ਤੇ ਕਦੀ ਵੀ ਤੇਜ਼ ਨਹੀਂ ਬੋਲਣਾ। Speak at moderate rate, right? Do not use foreigner accent। ਇਹ ਨਾ ਸੋਚੋ ਕਿ ਜੇ ਮੈਂ ਇੰਗਲਿਸ਼ ਬੋਲਣਾਗਾ ਜਿੱਦਾਂ ਫੋਰਨਰ ਐਕਸੈਂਟ ਦੇ ਵਿੱਚ ਬੋਲਣਾ। The reprocessing of spent nuclear fuels is one of the key processes in the nuclear fuel cycle, as the conventional method suffers from many drawbacks in reprocessing। ਨਹੀਂ ਬੋਲਣ ਦੀ ਲੋੜ। ਤੁਸੀਂ ਯਕੀਨ ਕਰੋ, ਮੈਂ ਅਲੱਗ-ਅਲੱਗ ਰੀਜਨ ਦੇ ਸਟੂਡੈਂਟਸ ਨੂੰ ਪੜ੍ਹਾਉਣਾ। ਸਭ ਤੋਂ ਬੈਸਟ ਜਿਹੜਾ ਮੈਨੂੰ ਲੱਗਾ ਉਹ ਪੰਜਾਬੀ ਲੱਗਾ। ਕਿਉਂ? ਕਿਉਂਕਿ ਇੱਕ ਤਾਂ ਆਵਾਜ਼ ਕਲੈਰਿਟੀ ਹੁੰਦੀ ਹੈ, ਆਪਣੀ ਆਵਾਜ਼ ਉੱਚੀ ਹੁੰਦੀ ਹੈ। ਨਾਰਮਲੀ ਪੰਜਾਬੀ ਦੀ ਆਵਾਜ਼ ਤਕਰੀਬਨ ਉੱਚੀ ਹੀ ਹੁੰਦੀ ਹੈ, ਠੀਕ ਹੈ। ਤੇ ਇਹਦੇ 'ਚ ਕੱਲਾ ਵਰਡਸ ਕੰਪਿਊਟਰ ਨੂੰ ਸੁਣਾਈ ਦਿੰਦਾ ਵਾ, ਜੇ ਤੁਸੀਂ ਵਧੀਆ ਪੇਸ ਦੇ ਨਾਲ ਬੋਲੋਗੇ, ਠੀਕ ਹੈ। ਤੇ ਇਹ ਨਾ ਸੋਚੋ ਕਿ ਜੇ ਤੁਹਾਡੀ ਹਾਈ ਫਾਈ ਇੰਗਲਿਸ਼ ਆ ਤਾਂ ਤੁਹਾਡੇ ਸਕੋਰ ਨੰਬਰ ਆਣੇ ਆ ਪੇਪਰ ਦੇ ਵਿੱਚ। ਇੱਕ ਮੁੰਡਾ ਸੀਗਾ, ਸਟੂਡੈਂਟ ਸੀਗਾ, ਉਹਨੇ ਆਨਲਾਈਨ ਕੋਚਿੰਗ ਲਿੱਤੀ ਸੀ ਮੇਰੇ ਤੋਂ, ਅੰਮ੍ਰਿਤਸਰ ਦਾ ਸੀਗਾ। 6 ਈਚ ਦੀ ਰਿਕੁਆਇਰਮੈਂਟ ਸੀ, ਫਸਟ ਟਾਈਮ ਦੇ ਉੱਪਰ ਉਹਦੇ 8 ਈਚ ਆ ਗਏ। ਉਹ ਸੋਚਣ ਵਾਲੀ ਗੱਲ ਹੈ ਕਿ ਯਾਰ ਉਹ ਤਾਂ ਪੰਜਾਬ 'ਚ ਰਹਿੰਦਾ, ਇੰਨੀ ਇੰਗਲਿਸ਼ ਵੀ ਨਹੀਂ ਬੋਲਦਾ, ਉਹਦੇ 8 ਤਾਂ ਆ ਗਏ। ਸੋ ਬੈਟਰ ਇਹ ਹੈ ਕਿ ਤੁਹਾਨੂੰ ਟੈਕਨੀਕਸ ਪਤਾ ਹੋਣ। ਪਹਿਲਾ ਰੂਲ ਦੇਖ ਲਓ ਜੀ, ਡੂ ਨਾਟ ਸਪੀਕ ਫਾਸਟ। ਓਕੇ, ਨਾਓ ਮੂਵਿੰਗ ਟੂ ਦ ਸੈਕੰਡ ਰੂਲ, ਪ੍ਰੈਕਟਿਸ ਫॉर 35 ਸੈਕਿੰਡਸ। ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ, 35 ਸੈਕਿੰਡ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਆਰਾਮ ਨਾਲ 2 ਵਾਰੀ ਕਰੋ ਪ੍ਰੈਕਟਿਸ। ਇੱਕ ਵਾਰੀ ਪੈਸੇਜ ਨੂੰ ਤੁਸੀਂ 2 ਵਾਰੀ ਪੜ੍ਹ ਸਕਦੇ ਹੋ, ਤੁਹਾਡੇ ਕੋਲ ਇੰਨਾ ਟਾਈਮ ਹੋਏਗਾ। ਤੇ ਜਦੋਂ ਸਪੀਕਿੰਗ ਹੁੰਦੀ ਹੋਏਗੀ ਨਾ, ਸਾਰੇ ਸਟੂਡੈਂਟਸ ਇਕੱਠੇ ਬੋਲਣਗੇ, ਪਰ ਤੁਸੀਂ ਧਿਆਨ ਸਿਰਫ ਸਕਰੀਨ ਵੱਲ ਰੱਖਣਾ ਹੈ। ਕਿਉਂਕਿ ਜੇ ਇੱਧਰ ਉੱਧਰ ਦੇਖਿਆ ਤੇ ਤੁਹਾਡਾ ਕਨਸੈਂਟਰੇਸ਼ਨ ਬ੍ਰੇਕ ਹੋ ਜਾਣਾ ਵਾ, ਤਾਂ ਤੁਸੀਂ ਨੰਬਰ ਘੱਟ ਲੈ ਕੇ ਆਓਗੇ। ਸੋ ਜਿੰਨੀ ਵਾਰੀ ਤੁਸੀਂ ਕਰਨਾ ਵਾ, 35 ਸੈਕਿੰਡ ਦੇ ਵਿੱਚ ਪੜ੍ਹ ਕੇ ਆਪਣੇ ਆਪ ਨੂੰ ਬਿਜ਼ੀ ਰੱਖਣਾ ਹੈ। ਤੇ ਪ੍ਰੈਕਟਿਸ ਫॉर ਅ ਡਿਫਿਕਲਟ ਵਰਡ। ਜਿਹੜਾ ਵਰਡ ਡਿਫਿਕਲਟ ਹੈ ਉਹਦੀ ਪਹਿਲੇ ਪ੍ਰੈਕਟਿਸ ਕਰਕੇ ਦੇਖ ਲਓ, ਤਾਂ ਕਿ ਤੁਹਾਨੂੰ ਬਾਅਦ 'ਚ ਕੋਈ ਪ੍ਰੋਬਲਮ ਨਾ ਆਵੇ। ਨਾਓ ਮੂਵਿੰਗ ਟੂ ਦ ਥਰਡ ਰੂਲ, ਟੇਕ ਅ ਬ੍ਰੇਕ ਵਾਈਲ ਫੁੱਲ ਸਟਾਪ। ਮਤਲਬ ਜੇ ਤੁਸੀਂ ਰੁਕਣਾ ਹੈ ਤੇ ਫੁੱਲ ਸਟਾਪ ਦੇ ਉੱਪਰ ਰੁਕੋ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਹੁਣ ਆਹ ਦੇਖੋ ਫੁੱਲ ਸਟਾਪ ਆ ਗਿਆ, ਇੱਥੇ ਤੁਸੀਂ ਰੁਕ ਸਕਦੇ ਹੋ। ਉਸ ਤੋਂ ਬਾਅਦ 'ਚੋਂ ਆਹ ਲਾਈਨ ਤੋਂ ਲੈ ਕੇ, ਆਹ ਵਾਲੀ ਲਾਈਨ ਤੋਂ ਲੈ ਕੇ ਤੇ ਆਹ ਲਾਈਨ ਤੱਕ ਕੋਈ ਫੁੱਲ ਸਟਾਪ ਨਹੀਂ ਹੈਗਾ ਵਿਚਕਾਰ। ਇਹ ਹੁਣ ਵੱਡੀਆਂ ਲਾਈਨਾਂ ਆ ਗਈਆਂ, ਠੀਕ ਹੈ। ਜਦੋਂ ਵੱਡੀਆਂ ਲਾਈਨਾਂ ਆ ਗਈਆਂ, ਉਹਦੇ ਵਿੱਚ ਕਿੱਦਾਂ ਪੌਜ਼ ਲੈਣਾ ਮੈਂ ਉਹ ਵੀ ਮੈਂ ਤੁਹਾਨੂੰ ਅੱਗੇ ਦੱਸਦਾ। ਪਹਿਲਾਂ ਸਮਝ ਲਓ ਮਿਸਟੇਕਸ ਮੈਂ ਤੁਹਾਨੂੰ ਸਮਝਾਈਆਂ ਪਹਿਲਾਂ, ਫਿਰ ਉਸ ਤੋਂ ਬਾਅਦ ਜੋ ਰੂਲ ਸਮਝਾਏ ਹੁਣ ਆਪਾਂ ਕਰਕੇ ਦੇਖਾਂਗੇ। ਰੀਡ ਦਾ ਪੈਸੇਜ। ਤੁਹਾਡੇ ਕੋਲ 35 ਸੈਕਿੰਡਸ ਹੈਗੇ ਨੇ, ਤੁਸੀਂ ਇਸ ਪੈਸੇਜ ਨੂੰ ਰੀਡ ਕਰ ਲਵੋ ਸਾਰੇ ਜਾਣੇ, ਤੇ ਆਪਾਂ ਬਾਅਦ ਚੋਂ ਇਕੱਠੇ ਬੋਲਾਂਗੇ, ਠੀਕ ਹੈ। ਇਹਦੇ ਨਾਲ ਪ੍ਰੈਕਟਿਸ ਹੋਏਗੀ, ਮਾਹੌਲ ਬਣੇਗਾ ਤਾਂ ਪ੍ਰੈਕਟਿਸ ਹੋਏਗੀ। ਹੁਣ ਟਾਈਮ ਨਾ ਵੇਸਟ ਕਰਦੇ ਹਾਂ, 35 ਸੈਕਿੰਡ ਤੁਹਾਡੇ ਕੋਲ ਹੈਗੇ ਨੇ, ਤੁਸੀਂ ਇਹਨੂੰ ਪ੍ਰੈਕਟਿਸ ਕਰੋ।
ਹੁਣ ਅਸੀਂ 35 ਸੈਕਿੰਡ ਤੁਹਾਨੂੰ ਮਿਲ ਗਏ। ਉਸ ਤੋਂ ਬਾਅਦ ਚੋਂ ਆਪਾਂ ਹੁਣ ਰੀਡ ਕਰਦੇ ਹਾਂ ਇਹਨੂੰ ਕਿੱਦਾਂ ਪੜ੍ਹਨਾ ਹੈ। ध्यान ਨਾਲ सुनियो, स्पीड चेक करियो, सारे कुछ 1 2 3 ਦੇ ਉੱਪਰ ਆਪਾਂ ਸਾਰੇ ਸ਼ੁਰੂ ਕਰਾਂਗੇ। ਹੋ ਜਾਓ ਸਟਾर्ट, इधर उधर ना देखो, फोकस करो। 1 2 3 ਦੇ ਉੱਪਰ ਆਪਾਂ ਸ਼ੁਰੂ ਕਰਾਂਗੇ। 1 2 3 लेट्स स्टार्ट। The reprocessing of spent nuclear fuels is one of the key processes in the nuclear fuel cycle, as the conventional method suffers from many drawbacks in reprocessing of nuclear fuel from the viewpoint of cost and minimization of waste. The development of a new process involving cost effectiveness coupled with minimizing waste amount is a great challenge for the next generation reprocessing. Liquid extraction was one of the most promising methods of separating REE's material. ਹੁਣ ਇਹਦੇ ਵਿੱਚ ਕੀ ਕੀਤਾ, ਹੁਣ ਦੇਖੋ ਇੱਕ ਤਾਂ ਪੋਜ਼ ਆਪਾਂ ਇੱਥੇ ਲਿੱਤਾ, ਰਾਈਟ। ਉਸ ਤੋਂ ਬਾਅਦ ਜੋ ਮੈਂ ਜਿੰਨਾ ਬੋਲਿਆ ਗਿਆ ਉਨਾ ਬੋਲਿਆ, ਇੱਕ ਇੱਥੇ ਪੋਜ਼ ਲਿੱਤਾ ਵੇਸਟ ਦੇ ਉੱਪਰ, ਠੀਕ ਹੈ। ਉਸ ਤੋਂ ਬਾਅਦ ਚੋਂ ਇੱਕ ਅਮਾਉਂਟ ਮੇਰਾ ਪਿੱਛੇ ਚੈੱਕ ਕਰਿਓ ਮੈਂ ਕਿੱਦਾਂ ਬੋਲਿਆ। ਸੋ ਇਹਦੇ ਵਿੱਚ ਇਕੱਲਾ ਵਰਡ ਸੁਣਾਈ ਦਿੱਤਾ ਗਿਆ। ਤਾਂ ਤੁਸੀਂ ਵੀ ਇਹੀ ਗਲਤੀਆਂ ਨਹੀਂ ਕਰਨੀਆਂ। ਬੱਚੇ ਇਹੀ ਗਲਤੀਆਂ ਕਰਕੇ ਆਪਣੇ ਨੰਬਰ ਗਵਾ ਲੈਂਦੇ ਨੇ। ਸੋ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਸੋ ਗਾਇਸ, आई होप ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ। ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਪੰਜਾਬੀ ਦੇ ਵਿੱਚ ਹੋਰ ਵੀਡੀਓਜ਼ ਬਣਾਵਾਂ, ਤੁਸੀਂ ਮੈਨੂੰ ਨੀਚੇ ਕਮੈਂਟ ਕਰ ਸਕਦੇ ਹੋ। ਈਵਨ ਕਿ ਤੁਸੀਂ ਆਪਣੇ ਕੁਐਸਚਨਸ ਵੀ ਕਮੈਂਟ ਕਰ ਸਕਦੇ ਹੋ ਤਾਂ ਕਿ ਮੈਂ ਉਹਨਾਂ ਦਾ ਜਵਾਬ ਦੇਵਾਂਗਾ ਜਲਦੀ ਤੋਂ ਜਲਦੀ। ਇੱਕ ਹੋਰ ਗੱਲ, ਜੇ ਤੁਸੀਂ ਕੋਚਿੰਗ ਲੈਣਾ ਚਾਹੁੰਦੇ ਹੋ, ਤੁਸੀਂ ਸਾਹਮਣੇ ਦਿੱਤੇ ਗਏ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਅਗਰ ਤੁਹਾਨੂੰ ਮੇਰਾ ਟੀਚਿੰਗ ਸਟਾਈਲ ਵਧੀਆ ਲੱਗਦਾ ਵਾ, ਮੇਰੇ ਰਿਵਿਊਜ਼ ਪੜੋ YouTube ਦੇ ਉੱਪਰ, ਲੋਕਾਂ ਦਾ ਰਿਜ਼ਲਟ ਦੇਖੋ, ਤੁਹਾਨੂੰ ਮੋਟੀਵੇਟ ਮਿਲੇਗਾ। ਟਾਈਮ ਤੇ ਪੈਸਾ ਵੇਸਟ ਨਾ ਕਰੋ। ਇਹ ਮੈਂ ਸਿਰਫ ਇੱਕ ਵੀਡੀਓ ਬਣਾਈ ਹੈ, ਛੋਟੀ ਜਿਹੀ ਟੈਕਨੀਕਸ ਤੁਹਾਨੂੰ ਦੱਸੀਆਂ ਮੈਂ। ਇਨ ਡਿਟੇਲ ਬਹੁਤ ਸਾਰੀ ਹੋਰ ਚੀਜ਼ਾਂ ਹੈਗੀਆਂ, ਇਹਦੇ ਵਿੱਚ ਕੋਈ ਮਾਇਨੇ ਨਹੀਂ ਰੱਖਦਾ ਕਿ ਤੁਹਾਨੂੰ ਹਾਈ-ਫਾਈ ਇੰਗਲਿਸ਼ ਆਣੀ ਚਾਹੀਦੀ ਹੈ। ਟਾਈਮ ਤਾਂ ਪੈਸਾ ਵੇਸਟ ਨਾ ਕਰਦੇ ਹੋਏ ਵਧੀਆ ਕੋਚਿੰਗ ਲਵੋ ਤਾਂ ਪਹਿਲੀ ਵਾਰੀ ਆਪਣਾ एग्जाम क्वालिफाइड कर लो। Best of luck. Hello students, my name is Nikhil Arora and welcome back to my YouTube channel PT Tips and Tricks by Nikhil। तो आज एक और रिजल्ट हमने पोस्ट किया है। कॉन्ग्रेचुलेशन टू वन मोर स्टूडेंट जिसके अभी 90 आए हैं पीटी एग्ज़ाम में, और बहुत सारे स्टूडेंट अभी भी पीटी में स्ट्रगल कर रहे हैं। उनके 6 ईच 7 ईच और 8 ईच नहीं आ रहे हैं। तो गाइज़ मैं आपको बताना चाहता हूं कि अगर आपके स्कोर्स नहीं आ रहे हैं तो आपको पता होना चाहिए ये है कंप्यूटर बेस्ड टेस्ट। इसके अंदर चलती हैं टेक्निक्स। अगर आपके पास अच्छी टेक्निक्स हैं तो ही आपके अच्छे स्कोर्स आ सकते हैं। तो अगर आप ये मानते हैं कि हाई फाई इंग्लिश होनी चाहिए तो ही हमारे 8 ईच आ सकते हैं या कोई भी टारगेट पास कर सकते हैं, ऐसा नहीं है। हम देते हैं आपको प्रूव्ड टेक्निक्स। पिछले रिजल्ट चेक करिए, बहुत सारे स्टूडेंट के 7 ईच 8 ईच फर्स्ट अटैम्प्ट के ऊपर भी आए हुए हैं। तो आप टाइम और पैसा वेस्ट ना करते हुए सामने दिए गए नंबर के ऊपर हमारे को कांटेक्ट करिए ऑनलाइन कोचिंग के लिए। वी आर गिविंग कोचिंग इन 3 डिफरेंट लैंग्वेजेस, हिंदी, इंग्लिश एंड पंजाबी। आपके कंसेप्ट क्लियर होंगे, आपके अंदर कॉन्फिडेंस आएगा तो आप पीटी का एग्ज़ाम अच्छे से क्वालिफाई कर सकते हैं। तो सामने दिए गए नंबर के ऊपर कांटेक्ट करिए। प्रूव्ड टेक्निक के ज़रिए आपके अच्छे स्कोर्स आ सकते हैं। बेस्ट ऑफ लक।